एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ 5ਵਾਂ ਚੈਪਟਰ ਕ੍ਰੀਏਟਿਵ ਥਿੰਕਿੰਗ ਯਾਨੀ ਕਿ ਰਚਨਾਤਮਕ ਸੋਚ। ਇਸ ਦੇ ਵਿੱਚ ਆਪਾਂ ਪੜਾਂਗੇ ਇਹਦਾ ਬੀ ਪਾਰਟ। ਤਾਂ ਚਲੋ ਸ਼ੁਰੂ ਕਰਦੇ ਹਾਂ। ਫਾਈਂਡਿੰਗ ਅ ਨਿਊ ਸੋਲੂਸ਼ਨ ਜਾਂ ਵੇ यानी एक नवा हल या एक नवा तरीका लभना। Dear students, a new day, a new sun, a new class, a new book, a new idea, and much more new things we see or do. प्यारे विद्यार्थियों, एक नवा दिन, एक नवा सूरज दी रोशनी, एक नवी क्लास, एक नवी किताब, एक नवा विचार ਅਤੇ बहुत सारिया नवीਆਂ चीज़ां ने जो असी देखते या करते हैं। How much excitement and joy it gives to us, isn't it? ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਕਿੰਨਾ ਉਤਸ਼ਾਹ ਤੇ ਆਨੰਦ ਦਿੰਦੀਆਂ ਨੇ, ਹੈ ਕਿ ਨਹੀਂ? At every step of life we face new twists, issues and difficulties. ਜ਼ਿੰਦਗੀ ਦੇ ਹਰ ਪੜਾਅ ਤੇ ਅਸੀਂ ਨਵੇਂ ਮੋੜ, ਮੁਸੀਬਤਾਂ, ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ। What do we do at that time? ਜਦ ਮੁਸ਼ਕਲਾਂ ਆਉਂਦੀਆਂ ਨੇ, ਮੁਸੀਬਤਾਂ ਆਉਂਦੀਆਂ ਨੇ, ਉਸ ਸਮੇਂ ਤੇ, ਉਸ ਮੌਕੇ ਤੇ ਅਸੀਂ ਕੀ ਕਰੀਏ, ਕੀ ਕਰਦੇ ਹਾਂ? Undoubtedly we find the solution. ਬਿਨਾਂ ਸ਼ੱਕ ਦੇ ਗੱਲ ਹੈਗੀ ਹੈ ਵੀ ਅਸੀਂ ਉਹਨਾਂ ਮੁਸੀਬਤਾਂ ਦਾ, ਮੁਸ਼ਕਲਾਂ ਦਾ ਹੱਲ ਲੱਭ ਲੈਂਦੇ ਹਾਂ ਜਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। The journey of a man from the forest to today's magnificent houses is resulted from someone's efforts to find a new solution. ਮਨੁੱਖ ਦਾ ਜੰਗਲਾਂ ਤੋਂ ਲੈ ਕੇ ਅੱਜ ਦੇ ਸ਼ਾਨਦਾਰ ਘਰਾਂ ਤੱਕ ਦਾ ਸਫ਼ਰ ਕਿਸੇ ਦੇ ਨਵੇਂ ਹੱਲ ਲੱਭਣ ਦੇ ਯਤਨਾਂ ਨਤੀਜਾ ਹੀ ਹੈਗਾ ਨਾ। A story you've been hearing since childhood came to my mind. ਇੱਕ ਕਹਾਣੀ ਜੋ ਤੁਸੀਂ ਬਚਪਨ ਤੋਂ ਸੁਣਦੇ ਆ ਰਹੇ ਹੋ ਉਹ ਹੁਣ ਮੇਰੇ ਦਿਮਾਗ 'ਚ ਆਈ ਹੈ। ਚਲੋ ਦੇਖਦੇ ਹਾਂ ਕੀ ਹੈਗੀ ਹੈ ਇਹ ਕਹਾਣੀ। Where there is a will, there is a way. ਜਿੱਥੇ ਇੱਛਾ ਹੈ ਉੱਥੇ ਰਸਤਾ ਵੀ ਮਿਲ ਜੂਗਾ। ਜਾਂ necessity is the mother of invention. ਯਾਨੀ ਕਿ ਜੇ ਤੁਹਾਨੂੰ ਲੋੜ ਹੈਗੀ ਹੈ ਕਿਸੇ ਚੀਜ਼ ਦੀ ਤਾਂ ਡੈਫੀਨੇਟਲੀ ਤੁਸੀਂ ਉਹਨੂੰ ਇਨਵੈਂਟ ਕਰੋਗੇ ਜਾਂ ਉਹਦੇ ਲਈ ਰਸਤਾ ਜਿਹੜਾ ਹੈ ਉਹ ਲੱਭ ਹੀ ਲਓਗੇ। ਲੋੜ ਕਾਫੀ ਹੈਗੀ ਹੈ, ਆਪਣੇ ਆਪ ਰਸਤਾ ਬਣ ਜਾਂਦਾ ਹੈ। Dear children, do you remember the story of the thirsty crow? ਪਿਆਰੇ ਬੱਚਿਓ, ਕੀ ਤੁਹਾਨੂੰ ਪਿਆਸੇ ਕਾਂ ਦੀ ਜਿਹੜੀ ਕਹਾਣੀ ਹੈ ਉਹ ਯਾਦ ਹੈ? When the crow got thirsty, he saw a pitcher with a little water in it. ਇਹਨੂੰ ਪਿਕਚਰ ਕਹੀਦਾ ਹੈ। ਜਦੋਂ ਕਾਂ ਨੂੰ ਪਿਆਸ ਲੱਗੀ ਸੀ ਤਾਂ ਉਸਨੇ ਇੱਕ ਘੜਾ ਦੇਖਿਆ ਜਿਹਨੂੰ ਆਪਾਂ ਪਿਕਚਰ ਕਹੀਦਾ ਹੈ, ਜਿਸ ਵਿੱਚ ਥੋੜਾ ਜਿਹਾ ਪਾਣੀ ਸੀ। And that too was far away from the crow's beak. ਤੇ ਜਿਹੜਾ ਪਾਣੀ ਸੀ ਉਹ ਉਸਦੀ ਚੁੰਝ ਤੋਂ ਵੀ ਬਹੁਤ ਦੂਰ ਸੀ। The crow thought of a new solution. ਤੇ ਕਾਂ ਨੇ ਇੱਕ ਨਵਾਂ ਹੱਲ ਸੋਚਿਆ। He saw some pebbles around the pitcher. ਉਸਨੇ ਘੜੇ ਦੇ ਆਲੇ ਦੁਆਲੇ ਕੁਝ ਕੰਕਰ ਦੇਖੇ। He picked them up and put in the pitcher. ਉਸਨੇ ਉਹ ਜਿਹੜੇ ਕੰਕਰ ਸੀ ਉਹਨਾਂ ਨੂੰ ਚੁੱਕ ਕੇ ਘੜੇ ਵਿੱਚ ਪਾਣਾ ਸ਼ੁਰੂ ਕਰ ਦਿੱਤਾ। The water rose up. ਜਿਹੜਾ ਪਾਣੀ ਸੀ ਉਹਦਾ ਜਿਹੜਾ ਪੱਧਰ ਹੈ ਉਹ ਉੱਤੇ ਨੂੰ ਆਉਣ ਲੱਗ ਗਿਆ। The crow drank the water. ਕਾਂ ਨੇ ਪਾਣੀ ਪੀਤਾ। The crow's trick teaches us a lot. ਤੇ ਕਾਂ ਦੀ ਇਹ ਜਿਹੜੀ ਚਾਲ ਹੈਗੀ ਹੈ, ਜਿਹੜੀ ਸੋਚ ਹੈਗੀ ਹੈ, ਇਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। Like the wise crow, we too have to think afresh and find a new way in the difficult times of our life. ਬੁੱਧੀਮਾਨ ਕਾਂ ਵਾਂਗ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਔਖੇ ਸਮੇਂ ਵਿੱਚ ਨਵੇਂ ਸਿਰੇ ਤੋਂ, ਜਿਹਨੂੰ ਆਪਾਂ ਕਹਿੰਦੇ ਹਾਂ ਸ਼ੁਰੂ ਤੋਂ ਜਾਂ ਨਵੇਂ ਸਿਰੇ ਤੋਂ ਸੋਚਣਾ ਚਾਹੀਦਾ ਹੈ ਤੇ ਨਵਾਂ ਹੱਲ ਇੱਕ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਥੇ ਇੱਕ ਹੋਰ ਕਹਾਣੀ ਦਿੱਤੀ ਹੋਈ ਹੈ। Listen another story of finding a new way. ਚਲੋ ਸੁਣਦੇ ਹਾਂ ਇੱਕ ਨਵੀਂ ਕਹਾਣੀ ਜਿਸ ਦੇ ਵਿੱਚ ਇੱਕ ਨਵਾਂ ਜਿਹੜਾ ਰਸਤਾ ਹੈ ਉਹ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। A man named Dasrath Manjhi was a resident of Bihar. ਦਸ਼ਰਥ ਮਾਂਝੀ ਨਾਂ ਦਾ ਇੱਕ ਵਿਅਕਤੀ ਬਿਹਾਰ ਦਾ ਰਹਿਣ ਵਾਲਾ ਸੀ। His village was surrounded by mountains. ਤੇ ਉਸਦੇ ਪਿੰਡ ਪਹਾੜ ਨਾਲ
ਘਿਰਿਆ ਹੋਇਆ ਸੀ। ਹੀ ਵਰਕ ਬਿਟਵੀਨ ਦ ਹਿਲਸ, ਤੇ ਉਹ ਪਹਾੜਾਂ ਵਿਚਕਾਰ ਹੀ ਕਿਤੇ ਕੰਮ ਕਰਦਾ ਸੀ। His wife Falguni Devi was coming to give him his lunch. ਤੇ ਉਸਦੀ ਘਰ ਵਾਲੀ ਫਾਲਗੁਨੀ ਦੇਵੀ ਇੱਕ ਵਾਰ ਦੁਪਹਿਰ ਨੂੰ ਉਹਨੂੰ ਖਾਣਾ ਦੇਣ ਜਾ ਰਹੀ ਸੀ। She fell down from the hill, ਤੇ ਉਹ ਪਹਾੜੀ ਤੋਂ ਡਿੱਗ ਗਈ। The hospital was 55 kilometer away from his village, ਤੇ ਜਿਹੜਾ ਹਸਪਤਾਲ ਸੀ ਉਸਦੇ ਪਿੰਡ ਤੋਂ 55 ਕਿਲੋਮੀਟਰ ਦੂਰ ਸੀ। The actual distance was 15 kilometer if there were no mountains in between. ਤੇ ਅਸਲ ਵਿੱਚ ਜਿਹੜੀ ਜੋ ਦੂਰੀ ਸੀ ਹਸਪਤਾਲ ਦੀ ਪਿੰਡ ਤੋਂ 15 ਕਿਲੋਮੀਟਰ ਹੀ ਸੀ, ਜੇਕਰ ਵਿਚਕਾਰ ਪਹਾੜ ਨਾ ਆਣ। If his wife would have rushed to the hospital in time, she could have survived. ਅਤੇ ਜੇਕਰ ਉਸਦੀ ਪਤਨੀ ਨੂੰ ਟਾਈਮ ਸਿਰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਉਹ ਬਚ ਜਾਂਦੀ, ਪਰ so she died, ਕਿਉਂਕਿ ਹਸਪਤਾਲ ਟਾਈਮ ਸਿਰ ਨਹੀਂ ਪਹੁੰਚਾਇਆ ਗਿਆ, ਉਹਦੀ ਮੌਤ ਹੋ ਗਈ। With these thoughts in mind, Manji constantly worked hard for 22 years to cut the mountain and made a 360 feet long and 30 feet wide road. ਕਹਿਣ ਦਾ ਮਤਲਬ ਵੀ ਇਸ ਤੋਂ ਸਿੱਖ ਕੇ ਜਿਹੜਾ ਬੰਦਾ ਸੀ ਉਹਨੇ 22 ਸਾਲ ਲਗਾਤਾਰ ਮਿਹਨਤ ਕੀਤੀ, ਸਖਤ ਮਿਹਨਤ ਕੀਤੀ ਤੇ ਪਹਾੜ ਨੂੰ ਵਿੱਚੋਂ ਕੱਟ ਕੇ 360 ਫੀਟ ਚੌੜੀ ਜਿਹੜੀ ਸੜਕ ਸੀ ਤੇ 30 ਫੀਟ ਮਤਲਬ 360 ਫੀਟ ਲੰਬੀ ਹੋ ਗਈ ਤੇ 30 ਫੀਟ ਜਿਹੜੀ ਚੌੜੀ ਸੜਕ ਉਹਨੇ ਬਣਾ ਦਿੱਤੀ। At first people made fun of him by calling him crazy. ਸ਼ੁਰੂਆਤ ਦੇ ਵਿੱਚ ਲੋਕ ਤਾਂ ਉਸ ਦਾ ਮਜ਼ਾਕ ਉਡਾਉਂਦੇ ਸੀ, ਉਹਨੂੰ ਪਾਗਲ ਕਹਿੰਦੇ ਸੀ। But once the road was built, he came to be known as the mountain man. ਪਰ ਇੱਕ ਵਾਰ ਜਦੋਂ ਸੜਕ ਬਣ ਗਈ ਉਸ ਤੋਂ ਬਾਅਦ ਉਹਨੂੰ ਪਹਾੜੀ ਜਾਂ ਮਾਊਂਟੇਨ ਮੈਨ ਦੇ ਵਜੋਂ ਜਾਣਿਆ ਗਿਆ, ਜਾਂ ਲੋਕ ਉਹਨੂੰ ਮਾਊਂਟੇਨ ਮੈਨ ਕਹਿੰਦੇ ਸੀ। Finding new solutions requires thinking, ideas and courage. ਨਵੇਂ ਹੱਲ ਲੱਭਣ ਦੇ ਲਈ ਨਵੀਂ ਸੋਚ, ਵਿਚਾਰ ਤੇ ਹਿੰਮਤ ਦੀ ਲੋੜ ਹੁੰਦੀ ਹੈ। Let's think of some new ideas. ਆਓ ਕੁਝ ਨਵੇਂ ਵਿਚਾਰਾਂ ਬਾਰੇ ਸੋਚਦੇ ਹਾਂ। ਜਿਵੇਂ ਪਹਿਲਾ ਸਵਾਲ, The water from the taps in your school seeps into the pond. ਤੁਹਾਡੇ ਸਕੂਲ ਦੇ ਵਿੱਚੋਂ ਟੂਟੀਆਂ ਦਾ ਜਿਹੜਾ ਪਾਣੀ ਹੈਗਾ ਉਹ ਹੌਲੀ ਹੌਲੀ ਜਾ ਕੇ ਵਗਦਾ ਛੱਪੜ ਵਿੱਚ ਜਾਂਦਾ ਹੈ। How can we make proper use of it? ਤੇ ਅਸੀਂ ਇਸ ਦਾ ਸਹੀ ਇਸਤੇਮਾਲ ਕਿਵੇਂ ਕਰ ਸਕਦੇ ਹਾਂ? ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, A garden can be made in the school. ਸਕੂਲ ਦੇ ਵਿੱਚ ਇੱਕ ਬਗੀਚਾ ਬਣਾਇਆ ਜਾ ਸਕਦਾ ਹੈ। And flowers can be planted over there. ਤੇ ਉਸ ਦੇ ਵਿੱਚ ਫੁੱਲ ਲਾਏ ਜਾ ਸਕਦੇ ਨੇ। Tap water can be given to the garden and flowers. ਤੇ ਉਹ ਟੂਟੀ ਦਾ ਪਾਣੀ ਜਿਹੜਾ ਹੈਗਾ ਜੋ ਛੱਪੜ ਦੇ ਵਿੱਚ ਜਾਂਦਾ ਹੈ ਉਹਦੀ ਥਾਂ ਤੇ ਉਹ ਬਗੀਚੇ ਵਿੱਚ ਜਾ ਸਕਦਾ ਹੈ, ਫੁੱਲਾਂ ਨੂੰ ਦਿੱਤਾ ਜਾ ਸਕਦਾ ਹੈ। And we can save a lot of water. ਤੇ ਇਸ ਦੇ ਨਾਲ ਅਸੀਂ ਪਾਣੀ ਵੀ ਬਚਾ ਸਕਦੇ ਹਾਂ। ਅਗਲਾ, Your father is a farmer. ਤੁਹਾਡੇ ਪਿਤਾ ਜੀ ਇੱਕ ਕਿਸਾਨ ਹਨ। He only does farming. ਤੇ ਉਹਨਾਂ ਨੂੰ ਸਿਰਫ ਖੇਤੀ ਕਰਨੀ ਆਉਂਦੀ ਹੈ ਜਾਂ ਸਿਰਫ ਖੇਤੀ ਕਰਦੇ ਨੇ। His income is low. ਤੇ ਉਹਨਾਂ ਦੀ ਕਮਾਈ ਜਾਂ ਆਮਦਨ ਵੀ ਘੱਟ ਹੈਗੀ ਹੈ। What other activities related to agriculture can you advise to your father? ਤੁਸੀਂ ਆਪਣੇ ਪਿਤਾ ਜੀ ਨੂੰ ਖੇਤੀਬਾੜੀ ਨਾਲ ਸੰਬੰਧਿਤ ਹੋਰ ਕਿਹੜੀਆਂ ਗਤੀਵਿਧੀਆਂ ਹੈਗੀਆਂ ਨੇ ਜਿਨ੍ਹਾਂ ਬਾਰੇ ਤੁਸੀਂ ਸਲਾਹ ਦੇ ਸਕਦੇ ਹੋ ਵੀ ਤੁਸੀਂ ਆ ਵੀ ਕਰ ਲਓ। ਦੇਖੋ ਇੱਥੇ ਮੈਂ ਆਨਸਰ ਲਿਖਿਆ ਹੈ, There is enough talking these days about diversity in agriculture. ਅੱਜ ਕੱਲ੍ਹ ਖੇਤੀਬਾੜੀ ਦੇ ਵਿੱਚ ਵੱਖ-ਵੱਖ ਚੀਜ਼ਾਂ ਕਰਨ ਦੀ ਬਹੁਤ ਜ਼ਿਆਦਾ ਗੱਲਬਾਤ ਹੋ ਰਹੀ ਹੈ। I would also advise my father that if you want to make more profit in agriculture, ਤੇ ਮੈਂ ਆਪਣੇ ਪਿਤਾ ਜੀ ਨੂੰ ਇਹ ਵੀ ਸਲਾਹ ਦਵਾਂਗੀ ਕਿ ਜੇਕਰ ਤੁਸੀਂ ਹੋਰ ਮੁਨਾਫਾ ਕਮਾਣਾ ਹੈ ਖੇਤੀਬਾੜੀ ਦੇ ਵਿੱਚ, you have to give up the old crops and start growing the new ones. ਤਾਂ ਫਿਰ ਤੁਹਾਨੂੰ ਜਿਹੜੀਆਂ ਫਸਲਾਂ ਆਪਾਂ ਬਾਰ-ਬਾਰ ਉਗਾਉਂਦੇ ਰਹਿੰਦੇ ਆ ਉਹਨਾਂ ਨੂੰ ਛੱਡ ਕੇ ਨਵੀਆਂ ਫਸਲਾਂ ਵੱਲ ਰੁਖ ਕਰਨਾ ਹੀ ਪਏਗਾ। For example, a fruit orchard can be planted and flowers can be cultivated. ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਫੁੱਲ ਉਗਾਏ ਜਾ ਸਕਦੇ ਨੇ ਜਾਂ ਫਿਰ
ਬਹੁਤ ਸਾਰੇ ਜਿਹੜੇ ਫਰੂਟਸ ਹੈਗੇ ਨੇ, ਫਲ, ਉਹ ਉਗਾਏ ਜਾ ਸਕਦੇ ਨੇ ਜਿਨ੍ਹਾਂ ਦੇ ਵਧੀਆ ਪੈਸੇ ਮਿਲਦੇ ਨੇ। the profit in this is quite high ਤੇ ਇਹਨਾਂ ਦਾ ਜਿਹੜਾ ਮੁਨਾਫਾ ਹੈਗਾ ਇਹਨਾਂ ਚੀਜ਼ਾਂ ਦਾ ਉਹ ਵੀ ਬਹੁਤ ਵਧੀਆ ਹੈਗਾ। ਤੀਜਾ ਸਵਾਲ, in your school rain water gets collected in your ground and dries after several days। ਤੁਹਾਡੇ ਸਕੂਲ ਦੇ ਵਿੱਚ ਮੀਂਹ ਦਾ ਜਿਹੜਾ ਪਾਣੀ ਹੈ ਉਹ ਗਰਾਊਂਡ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਤੇ ਗਰਾਊਂਡ ਨੂੰ ਸੁੱਕਣ ਦੇ ਵਿੱਚ, ਉਹ ਪਾਣੀ ਐਬਜ਼ੌਰਬ ਕਰਨ ਦੇ ਵਿੱਚ ਕਈ ਦਿਨ ਲੱਗ ਜਾਂਦੇ ਨੇ। It produces mosquitoes and filth, ਜਿਹਦੇ ਕਰਕੇ ਕਿਉਂਕਿ ਪਾਣੀ ਖੜਾ ਰਹਿੰਦਾ ਹੈ ਮੱਛਰ ਗੰਦਗੀ ਪੈਦਾ ਹੁੰਦੀ ਹੈ। What solution can we suggest? ਇਸ ਦੇ ਲਈ ਤੁਸੀਂ ਕਿਹੜਾ ਹੱਲ ਦੱਸ ਸਕਦੇ ਹੋ, ਕੀ ਸੁਝਾਅ ਦੇ ਸਕਦੇ ਹੋ? ਇੱਥੇ ਮੈਂ ਲਿਖਿਆ this problem can have two solutions। ਇਸ ਸਮੱਸਿਆ ਦੇ ਦੋ ਹੱਲ ਹੋ ਸਕਦੇ ਨੇ। Firstly, rainwater can be pumped into the ground with the help of pipes so that the underground water level does not fall down। ਵੀ ਜਿਹੜਾ ਪਾਣੀ ਹੈਗਾ ਬਰਸਾਤੀ ਪਾਣੀ, ਉਸਨੂੰ ਪਾਈਪਾਂ ਦੀ ਮਦਦ ਦੇ ਨਾਲ ਜ਼ਮੀਨ ਦੇ ਵਿੱਚ ਛੱਡਿਆ ਜਾ ਸਕਦਾ ਹੈ, ਜਿਸ ਕਰਕੇ ਜਿਹੜਾ ਧਰਤੀ ਦੇ ਹੇਠਲਾ ਪਾਣੀ ਹੈ ਉਹਦਾ ਪੱਧਰ ਜਿਹੜਾ ਹੋਰ ਜ਼ਿਆਦਾ ਘੱਟ ਨਾ ਹੋਏ। Another way is to collect rainwater and use it to feed school gardens and trees। ਤੇ ਦੂਜਾ ਤਰੀਕਾ ਇਹ ਹੈਗਾ ਵੀ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਬਗੀਚਿਆਂ ਨੂੰ ਪਾਣੀ ਦੇਣ ਦੇ ਲਈ, ਪੌਦਿਆਂ ਨੂੰ ਪਾਣੀ ਦੇਣ ਲਈ, ਪੇੜਾਂ ਨੂੰ ਪਾਣੀ ਦੇਣ ਲਈ। This can save a lot of water। ਤੇ ਇਹਦੇ ਨਾਲ ਪਾਣੀ ਦੀ ਜਿਹੜੀ ਸਹੀ ਇਸਤੇਮਾਲ ਤਾਂ ਹੋਏਗਾ ਤੇ ਪਾਣੀ ਬਚਾਇਆ ਵੀ ਜਾ ਸਕਦਾ ਹੈ। ਅੱਗੇ ਚੌਥਾ ਸਵਾਲ, You have dreams to be someone great, become in life। ਇੱਥੇ ਸਵਾਲ ਗਲਤ ਹੈ। You have dreams to, ਇੱਥੇ ਆਏਗਾ become someone great in life। ਜਾਂ ਤਾਂ ਇਹ ਹੋ ਸਕਦਾ ਹੈ ਜਾਂ ਤੁਸੀਂ ਕਹਿ ਸਕਦੇ ਹੋ you have dreams to be someone great in life। ਫਿਰ become ਨਹੀਂ ਆਊਗਾ। ਕਿ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰੋ, ਵਧੀਆ ਮਹਾਨ ਬਣੋ। Which are the obstacles in the way of fulfillment of this dream? ਤੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਕਿਹੜੀਆਂ ਰੁਕਾਵਟਾਂ ਆਣਗੀਆਂ? Which solutions are you thinking about? ਤੇ ਇਸ ਦੇ ਲਈ ਤੁਸੀਂ ਕਿਹੜੇ ਹੱਲ ਸੋਚ ਰਹੇ ਹੈਗੇ ਹੋ? ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ। Everyone has a dream to become something in life। ਜ਼ਿੰਦਗੀ ਵਿੱਚ ਕੁਝ ਬਣਨ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ। And there are obstacles in the way of fulfilling that dream। ਤੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ, such as competition, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਮੁਕਾਬਲਾ ਹੁੰਦਾ ਹੈ। homely atmosphere, ਕਈ ਵਾਰ ਤੁਸੀਂ ਬਾਹਰ ਜਾਂਦੇ ਹੋ ਤਾਂ ਘਰ ਵਾਲਾ ਮਾਹੌਲ ਨਹੀਂ ਮਿਲਦਾ ਤੁਹਾਨੂੰ, ਪੈਸੇ ਚਾਹੀਦੇ ਹੁੰਦੇ ਹੈ, ਮਨੀ ਐਕਸੈਟਰਾ, ਹੋਰ ਚੀਜ਼ਾਂ। There is a solution to all these problems। ਪਰ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ। For the competition, we can do a lot of hard work and fulfill our dream। ਜਿਹੜਾ ਮੁਕਾਬਲੇ ਦਾ ਪੁਆਇੰਟ ਹੈਗਾ ਉਸ ਦੇ ਲਈ ਅਸੀਂ ਜੀ ਤੋੜ ਮਿਹਨਤ ਕਰ ਸਕਦੇ ਹਾਂ ਤੇ ਆਪਣੇ ਸੁਪਨੇ ਨੂੰ ਹਾਸਲ ਕਰ ਸਕਦੇ ਹਾਂ। The atmosphere of the family can be changed after having a discussion with family members। ਪਰਿਵਾਰ ਦੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਘਰ ਦਾ ਜਿਹੜਾ ਮਾਹੌਲ ਹੈ ਉਹਨੂੰ ਵੀ ਵਧੀਆ ਕੀਤਾ ਜਾ ਸਕਦਾ ਹੈ। ਜੋ ਤੁਸੀਂ ਸੁਪਨੇ ਅਚੀਵ ਕਰਨੇ ਨੇ ਉਹਨਾਂ ਪ੍ਰਤੀ ਪਿਆਰ ਦਿਖਾਇਆ ਜਾ ਸਕਦਾ ਹੈ ਜੇਕਰ ਤੁਸੀਂ ਗੱਲਬਾਤ ਕਰੋ ਵੀ ਮੈਂ ਇਹ ਹਾਸਲ ਕਰਨਾ। ਮਨੀ ਇਸ਼ੂ ਕਮਸ ਐਵਰੀਵੇਅਰ। ਦੇਖੋ ਪੈਸੇ ਦਾ ਮੁੱਦਾ ਤਾਂ ਹਰ ਥਾਂ ਆਉਂਦਾ ਹੈ। This loan can be taken, ਇੱਥੇ ਆਏਗਾ 10, loan can be taken from the bank। ਤੁਸੀਂ ਕਰਜ਼ਾ ਲੈ ਸਕਦੇ ਹੋ ਬੈਂਕ ਤੋਂ। and can be repaid in installments। ਤੇ ਥੋੜਾ ਥੋੜਾ ਕਰਕੇ ਕਿਸ਼ਤਾਂ ਦੇ ਵਿੱਚ ਉਹਨੂੰ ਵਾਪਸ ਕੀਤਾ ਜਾ ਸਕਦਾ ਹੈ। In this way we can find the solution to every problem। ਤੇ ਇਸ ਤਰ੍ਹਾਂ ਅਸੀਂ ਹਰ ਸਮੱਸਿਆ ਦਾ ਹੱਲ ਲੱਭ ਸਕਦੇ ਹਾਂ। ਇੱਥੇ ਸਵਾਲ ਦਿੱਤਾ ਹੋਇਆ ਜਿਵੇਂ for example you want to become a doctor। ਜਿਵੇਂ ਉਦਾਹਰਨ ਦੇ ਤੌਰ ਤੇ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ। prepare its table by yourself as given below। ਤੁਸੀਂ ਇਹ ਟੇਬਲ ਪੂਰਾ ਕਰਨਾ ਹੈ। ਇੱਥੇ ਏਮ ਦਿੱਤਾ ਹੋਇਆ ਹੈ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ। possible obstacles ਯਾਨੀ ਜਿਹੜੇ ਸੰਭਵ ਰੁਕਾਵਟਾਂ ਹੈਗੀਆਂ ਨੇ ਕਿਹੜੀਆਂ ਕਿਹੜੀਆਂ ਨੇ? ਪਹਿਲਾਂ ਪੜ੍ਹਾਈ ਦੇ ਵਿੱਚ,
ਜਿਹਦੇ ਵਿੱਚ ਤੁਸੀਂ ਸੋਲੂਸ਼ਨ ਇਹ ਦੇ ਰਹੇ ਹੋ, ਹੱਲ ਇਹ ਦੇ ਰਹੇ ਹੋ, ਆਈ ਵਿਲ ਵਰਕ ਹਾਰਡ, ਵੀ ਮੈਂ ਤਾਂ ਮਿਹਨਤ ਕਰਾਂਗਾ। ਪੈਸੇ ਦੀ ਪ੍ਰੋਬਲਮ, ਮਨੀ ਦੀ, ਮੈਂ ਲਿਖਿਆ ਹੈ ਆਈ ਵਿਲ ਵਰਕ ਪਾਰਟ ਟਾਈਮ ਐਂਡ ਗਿਵ ਕੋਚਿੰਗ ਟੂ ਕਿਡਸ। ਜਿਵੇਂ ਟਿਊਸ਼ਨਸ ਨਹੀਂ ਕਰਦੇ, 2 ਘੰਟੇ ਪੜ੍ਹਾ ਲਿਆ ਬੱਚਿਆਂ ਨੂੰ, ਜਿਹਦੇ ਨਾਲ ਪੈਸਾ ਆ ਜਾਂਦਾ ਹੈ। ਕੰਡੀਸ਼ਨ ਆਫ ਦ ਫੈਮਿਲੀ, ਪਰਿਵਾਰ ਦੀ ਜਿਹੜੀ ਹਾਲਤ ਹੈਗੀ ਉਹਦੇ ਬਾਰੇ ਕੀ ਕਰੋਗੇ? I'll cut down my expenditures, यानी ਜਿਹੜੇ ਮੇਰੇ ਫालतू ਦੇ ਖਰਚੇ ਨੇ ਉਹਨਾਂ ਨੂੰ ਮੈਂ ਘੱਟ ਕਰ ਦਾਂਗੀ। ਹਾਇਰ ਐਜੂਕੇਸ਼ਨ ਨਾਟ ਅਵੇਲੇਬਲ ਇਨ ਦ ਵਿਲੇਜ, ਵੀ ਜਿਹੜੀ ਉੱਚ ਸਿੱਖਿਆ ਹੈਗੀ ਹੈ ਉਹ ਤੁਹਾਡੇ ਪਿੰਡ ਦੇ ਵਿੱਚ ਉਪਲਬਧ ਨਹੀਂ ਹੈਗੀ ਹੈ, ਦੂਰ ਜਾਣਾ ਪਏਗਾ। ਤੇ ਇਹਦੇ ਲਈ ਮੈਂ ਲਿਖਿਆ ਰੀਲੋਕੇਟ ਮਾਈਸੈਲਫ, ਮੈਂ ਆਪਣੇ ਆਪ ਨੂੰ ਉਸ ਥਾਂ ਤੇ ਲੈ ਕੇ ਜਾਵਾਂਗੀ ਜਿੱਥੇ ਪੜ੍ਹਾਈ ਮਿਲਦੀ ਹੈ। ਐਂਡ ਵਰਕ ਹਾਰਡ ਟੂ ਅਚੀਵ ਮਾਈ ਗੋਲ, ਤੇ ਆਪਣੀ ਜਿਹੜਾ ਗੋਲ ਹੈਗਾ ਹੈ ਉਹਨੂੰ ਹਾਸਲ ਕਰਨ ਦੇ ਵਿੱਚ ਮੈਂ ਜੀ ਤੋੜ ਮਿਹਨਤ ਕਰਾਂਗੀ। ਇੱਥੇ ਦੱਸਿਆ ਗਿਆ ਹੈ ਇਨ ਦਿਸ ਵੇ ਵੀ ਕੈਨ ਥਿੰਕ ਆਰਸੈਲਵਸ ਅਬਾਊਟ ਦ ਸੋਲਿਊਸ਼ਨਸ ਆਫ ਆਰ ਪ੍ਰੋਬਲਮਸ। ਇਸ ਤਰੀਕੇ ਦੇ ਨਾਲ ਵੀ ਕੀ ਰੁਕਾਵਟਾਂ ਨੇ, ਉਹਦੇ ਕੀ ਸੋਲਿਊਸ਼ਨਸ ਹੋ ਸਕਦੇ ਨੇ, ਆਪਾਂ ਇੱਕ ਚਾਰਟ ਬਣਾ ਸਕਦੇ ਹਾਂ ਤੇ ਉਹਨਾਂ ਦਾ ਹੱਲ ਵੀ ਕੱਢ ਸਕਦੇ ਹਾਂ। ਇੱਕ ਹੋਰ ਇੱਥੇ ਸਵਾਲ ਦਿੱਤਾ ਗਿਆ ਹੈ, you want to outshine in studies by scoring high scores, ਵੀ ਤੁਸੀਂ ਆਪਣੇ ਸਕੂਲ ਦੇ ਵਿੱਚ, ਆਪਣੀ ਕਲਾਸ ਦੇ ਵਿੱਚ ਬਹੁਤ ਉੱਚੇ ਪੱਧਰ ਤੇ ਜਾਣਾ ਚਾਹੁੰਦੇ ਹੋ, ਵਧੀਆ ਨੰਬਰ ਲੈ ਕੇ। prepare a table as given below about your problems and solutions, ਜਿਵੇਂ ਥੱਲੇ ਟੇਬਲ ਦੱਸਿਆ ਗਿਆ ਹੈ, ਕੀ ਪ੍ਰੋਬਲਮਸ ਹੋ ਸਕਦੀਆਂ ਨੇ, ਕੀ ਸੋਲਿਊਸ਼ਨਸ ਨੇ, ਉਹਦਾ ਤੁਸੀਂ ਹੱਲ ਦੱਸਣਾ। ਜਿਵੇਂ ਇੱਥੇ ਹੈਗਾ ਮਾਈ ਏਮ, ਮੇਰਾ ਏਮ ਕੀ ਹੈ? ਸਕੋਰਿੰਗ ਗੁੱਡ ਮਾਰਕਸ, ਵੀ ਮੈਂ ਚੰਗੇ ਅੰਕ ਹਾਸਲ ਕਰਨੇ ਨੇ। ਮੇਰੀ ਸਟਰੈਂਥ ਯਾਨੀ ਮੇਰੀ ਤਾਕਤ ਕੀ ਹੈ? ਮਾਈ ਪੈਸ਼ਨ, ਮੇਰਾ ਜਨੂਨ ਹੈਗਾ ਵੀ ਮੈਂ ਕਰਨਾ ਹੀ ਕਰਨਾ। ਹੁਣ ਪ੍ਰੋਬਲਮ ਕੀ ਆਂਦੀ ਹੈ ਤੇ ਇੱਥੇ ਸਿਲੈਕਟਡ ਸੋਲਿਊਸ਼ਨ ਕੀ ਹੈਗਾ? ਕੰਡੀਸ਼ਨ ਆਫ ਫੈਮਿਲੀ, ਪਹਿਲੀ ਪ੍ਰੋਬਲਮ ਪਰਿਵਾਰ ਦੀ ਹਾਲਤ, ਇਹਦੇ ਵਿੱਚ ਲਿਖਿਆ ਵਿਲ ਡਿਸਕਸ ਵਿਦ ਟੀਚਰ, ਵੀ ਜੋ ਵੀ ਹੈਗਾ ਹਾਲਤ ਘਰ ਦੀ ਉਹਦੇ ਬਾਰੇ ਤੁਸੀਂ ਆਪਣੇ ਟੀਚਰ ਨਾਲ ਡਿਸਕਸ਼ਨ ਕਰ ਸਕਦੇ ਹੋ, ਚਰਚਾ ਕਰ ਸਕਦੇ ਹੋ ਵੀ ਇਹਦਾ ਕੀ ਹੱਲ ਨਿਕਲ ਸਕਦਾ ਹੈ ਮੈਡਮ। ਦੂਜਾ ਯੂਟਿਲਾਈਜੇਸ਼ਨ ਆਫ ਟਾਈਮ, ਸਮੇਂ ਦੀ ਵਰਤੋਂ। ਵਿਲ ਪ੍ਰਿਪੇਅਰ ਟਾਈਮ ਟੇਬਲ, ਜਿਹਦੇ ਲਈ ਤੁਸੀਂ ਇੱਕ ਟਾਈਮ ਟੇਬਲ ਤਿਆਰ ਕਰ ਸਕਦੇ ਹੋ ਵੀ ਇੰਨਾ ਸਮਾਂ ਮੈਂ ਇਸ ਚੀਜ਼ ਨੂੰ ਦੇਣਾ। ਮਾਈ ਫਰੈਂਡਸ ਵਿਲ ਗਿਵ ਅਪ ਬੈਡ ਕੰਪਨੀ, ਯਾਨੀ ਜੇ ਮੈਨੂੰ ਲੱਗਦਾ ਹੈ ਮੇਰੇ ਦੋਸਤਾਂ ਵਿੱਚ ਰਹਿ ਕੇ ਮੇਰੀ ਮਾੜੀ ਸੰਗਤ ਹੈਗੀ ਹੈ ਤੇ ਉਹਦਾ ਅਸਰ ਹੋ ਰਿਹਾ ਤਾਂ ਮੈਂ ਉਹ ਦੋਸਤ ਛੱਡ ਦਾਂਗੀ। ਮਾਈ ਫਿਜ਼ੀਕਲ ਐਬਿਲਿਟੀ, ਯਾਨੀ ਮੇਰੀ ਸਰੀਰ ਜਿਹੜੀ ਤਾਕਤ ਹੈਗੀ ਹੈ ਉਹਦੇ ਬਾਰੇ। ਵਿਲ ਫੋਕਸ ਔਨ ਗੁੱਡ ਫੂਡ, ਐਕਸਰਸਾਈਜ਼ ਐਂਡ ਗੁੱਡ ਬੁੱਕਸ, ਯਾਨੀ ਸਿਹਤਮੰਦ ਰਹਿਣ ਲਈ ਵੀ ਮੈਂ ਚੰਗਾ ਖਾਣਾ ਖਾਵਾਂਗੀ, ਕਸਰਤ ਕਰਾਂਗੀ ਤੇ ਚੰਗੀਆਂ ਕਿਤਾਬਾਂ ਪੜਾਂਗੀ ਤਾਂ ਕਿ ਮੇਰੀ ਮਾਨਸਿਕ ਸਥਿਤੀ ਵੀ ਠੀਕ ਰਹੇ। ਡੀਅਰ ਸਟੂਡੈਂਟਸ, we will face difficulties at every step of life. ਪਿਆਰੇ ਵਿਦਿਆਰਥੀਓ, ਅਸੀਂ ਜ਼ਿੰਦਗੀ ਦੇ ਹਰ ਪੜਾਅ ਤੇ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ ਹੀ ਕਰਾਂਗੇ। The right decision made at the right time makes our life more meaningful. ਸਹੀ ਸਮੇਂ ਤੇ ਲਿਆ ਸਹੀ ਫੈਸਲਾ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਂਦਾ ਹੈ, ਸਾਰਥਕ ਬਣਾਉਂਦਾ ਹੈ। Write down about your problems and the selected solution in your notebook. ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਤੇ ਉਹਨਾਂ ਦੇ ਕੀ ਸੋਲਿਊਸ਼ਨਸ ਹੈਗੇ ਨੇ, ਹੱਲ ਹੈਗੇ ਨੇ, ਉਹਦੇ ਬਾਰੇ ਤੁਸੀਂ ਆਪਣੀ ਕਾਪੀ ਦੇ ਵਿੱਚ ਲਿਖਣਾ। ਨਿਊ ਸੋਲਿਊਸ਼ਨਸ ਵਿਲ ਆਲਸੋ ਸਟਾਰਟ ਕਮਿੰਗ ਇਨ ਯੋਰ ਡ੍ਰੀਮਸ। ਹੋ ਸਕਦਾ ਤੁਹਾਡੇ ਸੁਪਨਿਆਂ ਵਿੱਚ ਜਾਂ ਤੁਸੀਂ ਇੰਨਾ ਸੋਚਦੇ ਹੋ ਨਵੇਂ ਹੱਲ ਆਣੇ ਸ਼ੁਰੂ ਹੋ ਜਾਣ ਉਹਨਾਂ ਸਮੱਸਿਆਵਾਂ ਦੇ। ਡੂ ਹੈਵ ਦਿਸ ਐਕਸਪੀਰੀਅੰਸ, ਤੇ ਮੈਂ ਤੇ ਇਹ ਕਹਾਂਗੀ ਵੀ ਇਹ ਅਨੁਭਵ ਜ਼ਰੂਰ ਕਰੋ, ਐਕਸਪੀਰੀਅੰਸ ਜ਼ਰੂਰ ਕਰਿਓ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।